ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਪੰਜਵਾ। ਸਗਲ ਸੰਤਨ ਪਹਿ ਬਸਤੀ ਇਕ ਮੰਗੋ, ਕਰੋ ਬੇਨੰਤੀ ਮਨ ਤਿਆਗੋ। ਬਾਰ ਬਾਰ ਜਾਈ ਲਖ ਬਰੀਆ, ਦੇਹੁ ਸੰਤਨ ਕੀ ਧੂਰਾ ਜੀਓ। ਬਾਰ ਬਾਰ ਜਾਈ ਲਖ ਬਰੀਆ, ਦੇਹੁ ਸੰਤਨ ਕੀ ਧੂਰਾ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਛਤਰ ਚਬਰ ਤਖਤ ਦੇ ਮਾਲਕ ਹਲਤ ਪਲਤ ਕੇ ਰਾਖਿਅਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਜਿਨ੍ਹਾਂ ਦੇ ਉਚਾਰਨ ਕੀਤੇ ਇਹ ਬਚਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 99 ਉੱਪਰ ਸੁਭਾਏਮਾਨ ਹਨ। ਆਓ ਪਾਤਸ਼ਾਹ ਜੀ ਦੇ ਚਰਨਾਂ ਨਾਲ ਮਨੋਬਿਰਤੀਆਂ ਜੋੜੀਏ। ਗੁਰਬਾਣੀ ਦੇ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕੀ ਗਿਆਨ ਬਖਸ਼ਿਸ਼ ਕਰਦੇ ਹਨ। ਪੰਜਵੇਂ ਪਾਤਸ਼ਾਹ ਜੀ ਨੇ ਜਿਸ ਵੇਲੇ ਲਾਹੌਰ ਤੋਂ ਵਾਪਸੀ ਕੀਤੀ, ਆਉਣਾ ਕੀਤਾ ਸੱਦੇ ਦੇ ਮੁਤਾਬਕ, ਉਸ ਵੇਲੇ ਬਚਨ ਕੀਤਾ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਚੱਸਾ ਨ ਵਿਛੜਾ, ਜਨ ਨਾਨਕ ਦਾਸ ਤੁਮਹਾਰੇ ਜੀਓ। ਭੋਲੀ ਜੀਓ ਹੋਂ ਭੋਲੀ ਜੀਓ, ਘੋਲ ਘੁਮਾਈ ਜਨ ਨਾਨਕ ਦਾਸ ਤੁਮਹਾਰੇ ਜੀਓ। ਫਿਰ ਇਸ ਤੋਂ ਅੱਗੇ ਨਾਮ ਦੀ ਗੱਲ ਚੱਲਦੀ ਹੈ। ਲਗਭਗ ਆਪਾਂ ਅੱਜ 11ਵੇਂ ਸ਼ਬਦ 'ਤੇ ਪਹੁੰਚੇ ਹਾਂ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਚਨ ਰਾਹੀਂ ਬਖਸ਼ਿਸ਼ ਕਰਦੇ ਹਨ ਕਿ ਸਾਨੂੰ ਰੱਬ ਦੇ ਪਿਆਰਿਆਂ ਕੋਲੋਂ ਕੀ ਮੰਗਣਾ ਚਾਹੀਦਾ। ਪਿੱਛੇ ਨਾਮ ਦੀ ਗੱਲ ਕਰਦੇ ਆ। ਜਦੋਂ ਉਹਨਾਂ ਨੂੰ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਤਾਂ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਦੇ ਕਹਿ ਰਹੇ ਸੀ ਕਿ ਧੰਨ ਹੈ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲਿਆ। ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚ ਇਤਿਹਾਸ ਵੀ ਹੈ, ਉਪਦੇਸ਼ ਵੀ ਹੈ ਕਿ ਸਤਿਗੁਰਾਂ ਦੀ ਆਪਣੀ ਹੱਡ ਬੀਤੀ ਜੋ ਜੀਵਨ ਵਿੱਚ ਉਹਨਾਂ ਨਾਲ ਬੀਤਿਆ ਉਹ ਵੀ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਫਿਰ ਸਾਨੂੰ ਵੀ ਗਾਈਡ ਕਰਦੇ ਹੈ ਅਤੇ ਆਪਣੇ ਬਾਰੇ ਵੀ ਦੱਸਦੇ ਹੈ ਕਿ ਉਹ ਕਿੰਨਾ ਸਮਾਂ ਵਧੀਆ ਸੀ ਜਿਸ ਵੇਲੇ ਮੈਨੂੰ ਸਤਿਗੁਰੂ ਰਾਮਦਾਸ ਪਾਤਸ਼ਾਹ ਮਿਲੇ। ਭਾਵੇਂ ਮੇਰੇ ਪਿਤਾ ਹੀ ਹੈ, ਪਰ ਇੱਥੇ ਪੰਜਵੇਂ ਪਾਤਸ਼ਾਹ ਉਹਨਾਂ ਨੂੰ ਗੁਰੂ ਪਰਮੇਸ਼ਰ ਦੇ ਰੂਪ 'ਚ ਵੇਖਦੇ ਹੈ ਔਰ ਕਹਿੰਦੇ ਜਿਸ ਵੇਲੇ ਮੈਨੂੰ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਮਿਲੇ ਅਤੇ ਉਹ ਸਮਾਂ ਧੰਨ ਚੱਸੇ ਮੂਰ ਚੱਸੇ ਪਲ ਘੜੀਆਂ, ਧੰਨ ਸੋ ਓਏ ਸੰਜੋਗਾ ਜੀਓ। ਉਹ ਸੰਜੋਗ ਬਣਿਆ। ਜਿੰਨਾ ਚਿਰ ਸੰਜੋਗ ਨਾ ਬਣੇ, ਜੋਗ ਨਾ ਬਣੇ, ਓਨਾ ਚਿਰ ਮਿਲਾਪ ਨਹੀਂ ਹੁੰਦਾ। ਅਤੇ ਚੰਗਾ ਯੋਗ ਬਣਦਾ ਹੈ ਤਾਂ ਕੋਈ ਰੱਬ ਦੇ ਪਿਆਰੇ ਮਿਲਦੇ ਹੈ, ਮਾੜਾ ਹੁੰਦਾ ਅਤੇ ਕਿਸੇ ਮਾੜੇ ਨਾਲ ਵਾਹ ਪੈ ਜਾਂਦਾ। ਕਰਮਾਂ ਦੀ ਖੇਡ ਆ। ਤਾਂ ਸੰਯੋਗ ਦਾ ਅਰਥ ਹੈ ਮਿਲਾਪ, ਕੁਜੋਗ ਕੁਜੋੜ ਦਾ ਮਤਲਬ ਹੈ ਵਿਛੋੜਾ।
संयोग विजोग दोए संयोग विजोग दोए कार चलावै लेखे आवै भाग। मिलदा हर एक जीव नूं अपने भागां दा ही है, कर्मां दा ही है। किते मिलाप है, किते विछोड़ है। दोने चीज़ां गुरु अर्जन देव जी ने अपने जीवन ते हंडा के देखियां। विछोड़ा भी देखिया पिता तो दूर जाके, ते जिद्दे संयोग आया उहदे मिलाप भी देखिया। उस दा आनंद बयान कर रहे सी कल। धन सो वेला जित मैं सतगुर मिलिया, सफल दर्शन नेत्र पेख तरिया। धन मूरत चस्से पल घड़ियाँ, धन सो ओए संयोगा जियो। ਤਾਂ ਹੁਣ ਇਹ ਨਾਨਕ ਜਿਹੜਾ ਹੈ ਉਸ ਨਾਮ ਦੇ ਨਾਲ ਹੀ ਜੁੜਦਾ ਹੈ। ਨਾਮ ਰੰਗ ਨਾਮ ਚੋਜ ਤਮਾਸ਼ੇ, ਨਾਉ ਨਾਨਕ ਕੀਨੈ ਭੋਗਾ ਜੀਓ। ਇਹ ਨਾਨਕ ਹੁਣ ਪਰਮੇਸ਼ਰ ਦੇ ਨਾਮ ਨੂੰ ਹੀ ਭੋਗਣਾ ਹੁੰਦਾ, ਜੀਵਨ 'ਚ ਵਰਤਣਾ, ਛਕਣਾ। ਅਸੀਂ ਆਤਮਾ ਕਰਕੇ ਨਾਮ ਛਕਦੇ ਹਾਂ। ਤੁਸੀਂ ਘਰੇ ਛਕਦੇ ਹੋ ਜੋ ਉਹ ਸਰੀਰ ਦਾ ਭੋਜਨ ਹੈ। ਇੱਥੇ ਜੋ ਛਕਦੇ ਹੋ ਇਹ ਸੂਖਮ ਸਰੀਰ ਦਾ ਭੋਜਨ ਹੈ, ਆਤਮਾ ਦਾ ਭੋਜਨ ਹੈ। ਕਥਾ ਕੀਰਤਨ ਗੁਰਬਾਣੀ ਇਹ ਤੁਹਾਡੇ ਢਿੱਡ ਵਿੱਚ ਥੋੜ੍ਹਾ ਜਾਂਦੀਆਂ, ਇਹ ਨਾਲ ਪੇਟ ਨਹੀਂ ਭਰਦਾ। ਇਹ ਕੰਨ ਰਾਹੀਂ ਸੁਰਤ ਵਿੱਚ ਜਾਂਦੀਆਂ, ਉਹ ਸੂਖਮ ਸਰੀਰ ਕੋਲ ਜਾਂਦੀਆਂ ਇਹ ਵਿਚਾਰਾਂ। ਇਸ ਕਰਕੇ ਇਹ ਜੋ ਕਥਾ ਕੀਰਤਨ ਅਸੀਂ ਸੁਣਦੇ ਹਾਂ ਇਹ ਸਾਡੇ ਸੂਖਮ ਸਰੀਰ ਦੀ ਖੁਰਾਕ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਜੋ ਕਿ ਕੰਨ ਰਾਹੀਂ ਖਾਧਾ ਜਾਂਦਾ, ਜੀਭ ਰਾਹੀਂ ਜਪ ਕੇ ਵੀ ਛਕਿਆ ਜਾਂਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੁਣ ਜਿਹੜਾ ਮੈਨੂੰ ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਜਿਹੜਾ ਗੁਰੂ ਕੋਲੋਂ ਮੈਨੂੰ ਨਾਮ ਰੂਪੀ ਰਸ ਮਿਲਿਆ, ਹਰ ਪਹਿਨਣ ਨਾਮ ਭੋਜਨ ਥੀਆ, ਉਹ ਹੈ ਨਾਮ। ਜਿਹੜਾ ਮੇਰਾ ਪਰਦਾ ਵੀ ਕੱਜੇਗਾ, ਪਹਿਨਣਾ ਭਾਵ ਕੱਪਣਾ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੋ ਪੱਤ ਮੇਰੀ, ਇੱਜ਼ਤ ਰੂਪੀ ਕੱਪੜਾ। ਦਾਨਾ ਮੀਨਾ ਸਾਈਂ ਮਹਿੰਡਾ ਸਾਰ ਨਾ ਜਾਣਾ ਤੇਰੀ, ਮੈਂ ਤੈਨੂੰ ਸਾਰਾ ਤਾਂ ਜਾਣ ਨਹੀਂ ਸਕਦਾ, ਤੂੰ ਬੜਾ ਬੇਅੰਤ ਹੈ। ਪਰ ਇੰਨਾ ਪਤਾ ਹੈ ਕਿ ਤੈਂਡਾ ਸਿਮਰਨ ਹਬ ਕਿਛ ਲਦਮ, ਤੈਨੂੰ ਸਿਮਰਨ ਕੇ ਸਭ ਕੁਝ ਮਿਲਦਾ। ਵਿਖਮ ਨਾ ਡਿਠਮ ਕੋਈ, ਤੇ ਕੋਈ ਦੁੱਖ ਨੇੜੇ ਨਹੀਂ ਆਉਂਦਾ। ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ, ਮੇਟ ਨਾ ਸਕੇ। ਜਿਹੜਾ ਨਾਮ ਹੈ ਨਾ ਇਹ ਸਾਰੇ ਕਾਰਜ ਹੀ ਕਰਦਾ। ਸਰੀਰਕ ਭੁੱਖਾਂ ਵੀ ਨਾਮ ਖਤਮ ਕਰਦਾ। ਬੰਦਾ ਸਬਰ ਸੰਤੋਖ 'ਚ ਆ ਜਾਂਦਾ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਧਿਆਈ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਕਹਿੰਦੇ ਹੁਣ ਹਰੀ ਦਾ ਨਾਮ ਹੀ ਮੇਰਾ ਪਹਿਨਣਾ ਹੈ, ਹਰੀ ਦਾ ਨਾਮ ਹੀ ਮੇਰਾ ਛਕਣਾ ਹੈ, ਹਰੀ ਦਾ ਨਾਮ ਹੀ ਮੇਰਾ ਰਕਸ਼ਕ ਹੈ। ਜਿਵੇਂ ਸੁਖਮਨੀ ਸਾਹਿਬ ਵਿੱਚ ਬਖਸ਼ਿਸ਼ ਕਰਦੇ ਹਨ, ਜੈ ਮਹਾ ਭਿਆਨ ਤਬ ਤਬੋ ਭਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਿੱਥੇ ਬੜੀ ਗਰਮੈਸ਼ ਹੋਵੇਗੀ ਉੱਥੇ ਹਰੀ ਦਾ ਨਾਮ ਤੈਨੂੰ ਛਾਂ ਕਰ ਦੇਵੇਗਾ। ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਜਿੱਥੇ ਪਿਆਸ ਲੱਗੇਗੀ ਉੱਥੇ ਹਰੀ ਦਾ ਨਾਮ ਤੇਰੇ ਵਾਸਤੇ ਅੰਮ੍ਰਿਤ ਜਲ ਬਣ ਜਾਵੇਗਾ, ਪਿਆਸਾਂ ਖਤਮ ਹੋ ਜਾਣਗੀਆਂ। ਜਿਸ ਲੰਮੇ ਰਸਤੇ 'ਤੇ ਜਾਣਾ ਪੈ ਜੇ, ਰਸਤੇ ਵਿੱਚ ਕੁਝ ਖਾਣ ਨੂੰ ਚਾਹੀਦਾ, ਜੇ ਕੁਝ ਵੀ ਨਾ ਹੋਇਆ ਤਾਂ ਨਾਮ ਤੇਰਾ ਭੋਜਨ ਵੀ ਬਣ ਜਾਵੇਗਾ। ਜੇ ਮਾਰ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਹਰੀ ਦਾ ਨਾਮ ਉੱਥੇ ਤੇਰਾ ਸਰੀਰਕ ਭੁੱਖਾਂ ਤੇ ਹਾਂ ਵੀ ਖਤਮ ਕਰੇਗਾ। ਨਾਮ ਦੇ ਵਿੱਚ ਬੜੀ ਪਾਵਰ ਹੈ। ਪ੍ਰੀਤਮ ਜੀ ਕਹਿੰਦੇ ਹੁਣ ਮੈਂ ਕੇਵਲ ਤੇ ਕੇਵਲ ਇਸੇ ਰਸ ਨੂੰ ਮਾਣਦਾ ਹਾਂ। ਹਰ ਪਹਿਨਣ ਨਾਮ ਭੋਜਨ ਥੀਆ, ਹੁਣ ਹਰੀ ਦਾ ਨਾਮ ਹੀ ਪਹਿਨਦਾ ਹਾਂ। ਮੇਰੀ ਇੱਜ਼ਤ ਰੱਖਣ ਵਾਲਾ ਹਰੀ ਦਾ ਨਾਮ ਹੀ ਮੇਰਾ ਭੋਜਨ ਹੈ।
नाम रंग नाम चोज तमाशे। ये नाम है जिहड़ा बड़े रंग विखाउंदा है, बड़े चोज करदा, बड़े तमाशे करदा। गुरु प्यारिओ, धन धन श्री गुरु अर्जन देव जी जिन्हां ने सब तो पहली शहीदी दिती सिੱਖੀ ਨੂੰ ਰੱਖਣ ਵਾਸਤੇ, ਇਸੇ ਕਰਕੇ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ। ਸੱਚ ਨੂੰ ਕਾਇਮ ਰੱਖਣ ਵਾਸਤੇ ਪਹਿਲਾ ਜਿਹੜਾ ਸ਼ੁਰੂਆਤ ਪਹਿਲਾ ਪਾਠ ਪੜ੍ਹਾਇਆ ਸਾਨੂੰ ਸ਼ਹੀਦੀ ਦਾ, ਉਹ ਗੁਰੂ ਅਰਜਨ ਦੇਵ ਜੀ ਨੇ ਪੜ੍ਹਾਇਆ। ਔਰ ਉਸ ਤੋਂ ਬਾਅਦ ਤਾਂ ਫਿਰ ਸਿੱਖਾਂ ਨੇ ਝੜੀਆਂ ਲਾ ਦਿੱਤੀਆਂ ਸ਼ਹੀਦੀ ਵਾਲੀਆਂ ਵੀ। ਔਰ ਉਹਨਾਂ ਨੇ ਤੱਤੀ ਤਵੀ 'ਤੇ ਬੈਠ ਕੇ ਵੀ ਪਰਮੇਸ਼ਰ ਦਾ ਚੋਜ ਮੰਨਿਆ, ਤੇਰਾ ਭਾਣਾ ਮੀਠਾ ਲੱਗੇ। ਉਸੇ ਤਰ੍ਹਾਂ ਹੀ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਾਉਂਦੇ ਹੀ ਪਰਮੇਸ਼ਰ ਦਾ ਭਾਣਾ ਕਹਿ ਰਹੇ ਹੈ, ਚੋਜ ਉਹਦਾ ਤਮਾਸ਼ਾ ਹੈ। ਦੁਨੀਆ ਦੇਖ ਰਹੀ ਹੈ, ਦੁਨੀਆ ਸ਼ਾਇਦ ਘਬਰਾ ਗਈ ਹੋਵੇ ਵੀ ਇਹ ਕਿਵੇਂ ਵਢਾਈ ਜਾਂਦਾ ਸਰੀਰ ਨੂੰ, ਪਰ ਉਹਦੇ ਵਾਸਤੇ ਇੱਕ ਤਮਾਸ਼ਾ ਹੈ। ਆਪਣੇ ਸਰੀਰ ਨੂੰ ਆਪ ਕੱਟਦਾ ਹੋਇਆ ਦੇਖ ਰਿਹਾ ਹੈ ਔਰ ਕਟਵਾ ਰਿਹਾ ਹੈ। ਜਲਾਦ ਨੂੰ ਹੁਕਮ ਹੋਇਆ, ਜਿਸ ਵੇਲੇ ਉਹਨਾਂ ਨੂੰ ਲਾਹੌਰ ਦੇ ਵਿੱਚ ਲੈ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉੱਥੇ ਸਜ਼ਾ ਦੇਣ ਲੱਗੇ, ਕਹਿਣ ਲੱਗੇ ਇਹਦਾ ਬੰਦ ਬੰਦ ਕੱਟੋ। ਅਤੇ ਜਲਾਦ ਲੈ ਕੇ ਖਪਰਾ ਨੇੜੇ ਹੋਇਆ, ਲੱਕੜ ਦਾ ਗੁਟਕਾ ਰੱਖਿਆ, ਹੱਥ ਫੜਿਆ, ਉੱਤੇ ਰੱਖਿਆ ਅਤੇ ਮੁਰਚੇ 'ਤੇ ਮਾਰਨ ਲੱਗਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਕੀ ਕਰਦਾ ਤੂੰ, ਗਲਤੀ ਕਰ ਰਿਹਾ। ਉਹਨੇ ਸੋਚਿਆ ਸ਼ਾਇਦ ਘਬਰਾ ਗਿਆ ਹੋਣਾ, ਕਹਿੰਦੇ ਮੈਂ ਘਬਰਾਇਆ ਨਹੀਂ, ਜਿਹੜਾ ਤੇਰੇ ਮਾਲਕ ਦਾ ਹੁਕਮ ਹੈ ਉਹੀ ਮੇਰੇ ਮਾਲਕ ਦਾ ਹੁਕਮ ਹੈ। ਕਹੋ ਸਤਿਨਾਮ, ਬੰਦ ਬੰਦ ਕਟਾਉਣ ਦਾ। ਫਿਰ ਤੂੰ ਇੰਨੇ ਬੰਦ ਮੂਹਰੋਂ ਉਂਗਲਾਂ ਦੇ ਛੱਡੀ ਜਾਂਦਾ, ਇੱਥੋਂ ਸ਼ੁਰੂ ਕਰਨਾ ਨੌਹਾਂ ਕੋਲੋਂ, ਨਹੀਂ ਤਾਂ ਮਰਨ ਵਾਲਾ ਕਹਿੰਦਾ ਯਾਰ ਧੌਣ ਵੱਢ ਤੇ ਕੰਮ ਨਵੇੜ। ਪਰ ਇਹ ਕਹਿੰਦੇ ਨਹੀਂ, ਸਹਿਜੇ ਸਹਿਜੇ ਕੰਮ ਕਰ, ਵੇਖ ਤਮਾਸ਼ਾ ਪਰਮੇਸ਼ਰ ਦਾ, ਵੇਖ ਮਰਦਾਨਿਆਂ ਰੰਗ ਕਰਤਾਰ ਦੇ। ਕਹੋ ਸਤਿਨਾਮ ਸ੍ਰੀ। ਬਹੁਤ ਸਾਰੇ ਥਾਵਾਂ 'ਤੇ ਗੁਰੂ ਸਾਹਿਬ ਨੇ ਐਸੇ ਕੌਤਕਾਂ ਨੂੰ ਫਿਰ ਮਰਦਾਨੇ ਨੂੰ ਸੰਬੋਧਨ ਕਰਦੇ ਆ, ਵੇਖ ਮਰਦਾਨਿਆਂ ਰੰਗ ਕਰਤਾਰ ਦੇ। ਕਿੱਥੇ ਕਿੱਥੇ ਵਿਖਾਏ, ਕੌਡੇ ਰਾਖਸ਼ ਦੇ ਕੋਲੇ ਮਰਦਾਨੇ ਨੂੰ ਵੀ ਖਾ ਗਿਆ, ਪਾਤਸ਼ਾਹ ਨੂੰ ਵੀ ਟਪਾ ਗਿਆ ਅੰਦਰ, ਫਿਰ ਉਸ ਨੂੰ ਅੰਦਰੋਂ ਸਰੀਰ ਵਧਾ ਕੇ ਢਿੱਡ ਪਾੜਿਆ ਉਹਦਾ। ਕਹੋ ਸਤਿਨਾਮ ਸ੍ਰੀ। ਇਸ ਤਰ੍ਹਾਂ ਬ੍ਰਹਮ ਗਿਆਨੀ ਇਹਨੂੰ ਤਮਾਸ਼ਾ ਕਹਿੰਦੇ ਆ, ਬ੍ਰਹਮ ਗਿਆਨੀ ਇਹਨੂੰ ਖੇਡ ਕਹਿੰਦੇ ਆ। ਸੰਸਾਰੀ ਲੋਕ ਇਸ ਨੂੰ ਬੜਾ ਦੁਖਦਾਈ ਸਮਾਂ ਜਾਣਦੇ ਆ। ਭਾਈ ਤਾਰੂ ਸਿੰਘ ਜਿਸ ਦੇ ਕੇਸ ਕੱਟਣ ਲੱਗੇ, ਸੰਸਾਰੀ ਲੋਕ ਤਾਂ ਕਹਿ ਦਿੰਦੇ ਹੋਣਗੇ ਚੱਲ ਕੋਈ ਗੱਲ ਨਹੀਂ, ਕੱਟ ਦਿਓ ਫੇਰ ਆ ਜਾਣਗੇ, ਘਰ ਦੀ ਖੇਤੀ ਆ। ਪਰ ਤਾਰੂ ਸਿੰਘ ਜੀ ਕਹਿੰਦੇ ਨਹੀਂ ਮਹਾਰਾਜ ਕਿਰਪਾ ਕਰੋ, ਕੇਸ ਨਾ ਕੱਟੇ ਜਾਣ, ਸਿੱਖੀ ਕੇਸਾਂ ਸਵਾਸਾਂ ਤੱਕ ਸੰਗ ਨਿਭ ਜਾਵੇ। ਅਤੇ ਇੱਧਰ ਗੁਰੂ ਨੇ ਉਹਦੀ ਅਰਦਾਸ ਪੂਰੀ ਕੀਤੀ, ਉੱਧਰ ਗੁਰੂ ਪਿਆਰਿਓ ਮੌਕੇ ਦੇ ਸੂਬੇਦਾਰ ਦਾ ਅੰਦਰੋਂ ਫੁਰਨਾ ਬਦਲਿਆ। ਪਤਾ ਨਹੀਂ ਕੇਸ ਕੱਟਣ ਵਾਲਿਆਂ ਨੇ ਉੱਥੇ ਕੀ ਦਿਖਾਈ ਦਿੱਤਾ ਹੋਊਗਾ ਕਿ ਕੋਈ ਨੇੜੇ ਨਹੀਂ ਜਾਂਦਾ ਕੇਸ ਕੱਟਣ ਲਈ ਸਿੰਘ ਦੇ। ਤਾਂ ਸੂਬੇਦਾਰ ਕਹਿਣ ਲੱਗਿਆ ਮੌਕੇ ਦਾ, ਕਹਿੰਦਾ ਯਾਰ ਨਹੀਂ ਕੇਸ ਕੱਟੀ ਦੇ ਖੋਪੜੀ ਲਾ ਦਿਓ। ਅਤੇ ਭਾਈ ਸਾਹਿਬ ਹੱਸ ਪਏ, ਕਹਿੰਦੇ ਆਹ ਵਧੀਆ ਗੱਲ ਹੈ। ਕਹੋ ਸਤਿਨਾਮ, ਪਾਤਸ਼ਾਹ ਦਾ ਹੁਕਮ ਤਾਂ ਬਜਾਇਆ ਗਿਆ ਨਾ, ਇੱਥੋਂ ਖੋਪੜੀ ਵੱਢ ਦਿਓ, ਇੱਥੋਂ ਧੌਣ ਵੱਢ ਦਿਓ, ਇੱਥੋਂ ਢਿੱਡ ਵੱਢ ਦਿਓ, ਕੁਛ ਵੱਢ ਦਿਓ, ਪਰ ਕੇਸਾਂ ਨੂੰ ਕੈਂਚੀ ਨਹੀਂ ਲੱਗਣੀ ਚਾਹੀਦੀ। ਕਹੋ ਸਤਿਨਾਮ ਸ੍ਰੀ। ਉਹ ਸ਼ਹੀਦ ਹੋਣ ਵਾਲੇ ਤਮਾਸ਼ਾ ਦੇਖ ਕੇ ਸ਼ਹੀਦ ਹੋ ਰਹੇ ਨੇ। ਆਏ ਸਮਝ ਲਓ ਵੀ ਜਿਵੇਂ ਕੋਈ ਸਾਈਡ 'ਤੇ ਖੜ੍ਹ ਕੇ ਤਮਾਸ਼ਾ ਵੇਖਦਾ, ਉਹ ਆਪਣੇ ਸਰੀਰ 'ਚੋਂ ਸਾਈਡ 'ਤੇ ਹੋ ਕੇ ਤਮਾਸ਼ਾ ਵੇਖਦੇ ਆਪਣੇ ਸਰੀਰ ਦਾ। ਇਹ ਨਾਮ ਹੀ ਵਿਖਾ ਸਕਦਾ ਹੈ, ਬਾਕੀਆਂ ਨੂੰ ਨਹੀਂ। ਨਾਮ ਜਪਣ ਵਾਲਿਆਂ ਨੂੰ ਤਮਾਸ਼ਾ ਦਿਸਦਾ, ਦੂਜਿਆਂ ਨੂੰ ਤਾਂ ਬੜਾ ਦੁਖਦਾਈ ਟਾਈਮ ਲੱਗਦਾ ਇਹ ਵੀ ਕਿਵੇਂ ਮੌਤ ਹੋਵੇਗੀ, ਕਿਵੇਂ ਮਰਾਂਗੇ। ਕਹੋ ਸਤਿਨਾਮ ਸ੍ਰੀ। ਤਾਂ ਭਾਈ ਮਤੀ ਦਾਸ ਹਾਰੇ ਨਾਲ ਚੀਰਨ ਲੱਗੇ। ਤਾਂ ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਹੌਲੀ ਚਲਾ। ਜਲਾਦ ਕਹਿੰਦਾ ਕੀ ਗੱਲ ਘਬਰਾ ਗਿਆ? ਕਹਿੰਦੇ ਘਬਰਾਇਆ ਨਹੀਂ ਮੈਂ, ਉਸ ਤੋਂ ਪਹਿਲਾਂ ਕਿ ਤੇਰਾ ਆਰਾ ਮੇਰੀ ਜੀਭ ਤੱਕ ਪਹੁੰਚੇ ਮੈਂ ਜਪਜੀ ਸਾਹਿਬ ਦਾ ਪਾਠ ਪੂਰਾ ਕਰਨਾ। ਸਾਹਮਣੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਪਿੰਜਰੇ 'ਚ ਬਿਰਾਜਮਾਨ ਹੈ, ਕਿਉਂਕਿ ਇਹਨਾਂ ਸ਼ਹੀਦਾਂ ਦਾ ਆਖਰੀ ਇੱਛਾ ਸੀਗੀ
उन्हें पूछया ना सरकार ने, तुहाडी आखिरी इच्छा हुण तुहानूं मारन लगे आ। कहते साडी आखिरी इच्छा है कि साडे सतगुरु नूं साडे सामने लिया के रखो, बिठाओ उन्हां नूं, पिंजरा इत्थे लियाओ उन्हां दा। ठीक है। जनमती दास ने कहा कि मैं जपजी साहिब का पाठ पूरा करना है, आरा हौली चला। तो सतगुरु तेग बहादुर जी बड़े खुश होए, वाह वाह सिक्का, फिक्र ना कर, हुण भावें तू टोटे टोटे हो जाए, जपजी साहिब जरूर पूरा होवेगा तेरा, कहो सतनाम श्री। तो जपजी साहिब पूरा होने तो पहला ही सिर कट्टिया गया, जीभ कट गया, थले पहुँच गया बाडी ते आरा। बाडी दियाँ दो फाकड़ा हो गई, पर जपजी साहिब का सलोक पढ़ के पूरा होके वो शरीर ठंडा होया, कहो सतनाम श्री। दोनों फाकड़ा जो जपजी साहिब दियाँ पौड़ियाँ चलदियां रहियां। ये तमाशा केवल ते केवल उही कर सकते हैं जां वेख सकते हैं जिहड़े नाम नाल जुड़े हुंदे ने। गुरु अर्जन देव महाराज जी कहते सी कल, नाम रंग नाम चोज तमाशे, नाओ नानक कीने भोगा जियो। अज का शब्द अगे लड़ी जोड़िए हुण आपां। माज महला पंजवा, तां ते सिखो जदों रब दा कोई प्यारा मिले तो तो की मंगीए। सगन संतन पै वस्तिक मांगो, परमेश्वर दे प्यारिਆਂ तो एक वस्तु एक चीज़ मंगिया करो जी, तुहानूं मंगना जी। मांगना मांगण नीका, हर जस गुर ते मांगना। लागना लागण नीका, गुर चरनी मन लागना। नीका हुंदा चंगा। त्यागना त्यागण नीका, काम क्रोध लोभ त्यागना। जागना जागण नीका, हर कीर्तन में जागना। कहो नानक ते सब कुछ नीका, उहदी जिंदगी चंगी हो गई। किहदी? जो प्रभ की शरणागना, जिहड़ा गुरु की शरण च आ गया, उहदे सारे कर्म आटोमैटिक ही सिद्धे हो गए। कहो सतनाम श्री। इस करके संत मिले कुछ कही है, सुनिए कही है, मिले असंत मस्ट कर रही है। बाबा बोलना क्या कही है, जैसे राम नाम रव रही है। मनमुखां विच बैठे खड़े हो तो नाम जपी चलो आपदा, गल करन दी लोड़ नहीं उन्हां दे नाल, सुनन दी लोड़ नहीं उन्हां दी। रब दे प्यारे मिलते हैं तो कोले बैठ के रब की गल करो, नाम की दात मंगो जे कितों मिल जे तुहानूं। को सतनाम श्री। गुरु अर्जन देव जी महाराज बख्शिश करते हैं अज के पवित्र बचनों राही। धन धन श्री ग्रंथ साहिब जी महाराज, सगल संतन पह बस्तिक मांगो, करो बेनंती मान त्यागो, ते मंगण वेले हंकार त्याग के। मंगना ते हंकार करना दोनों इकट्ठे नहीं चल सकते। जे हंकार है तो फिर तुसीं मंग नहीं रहे, फिर तुसीं हुक्म दे रहे हो। जे मंगना तो फिर मंगतिया वांगू मंगना पैना, हंकार खत्म। को सतनाम मन त्यागो। जिवें कई गड्डियां लिखिया हुंदा है भी ड्राइविंग ते शराब का कोई मेल नहीं है, इस तरह गुरु नानक दे दर तो मंगण दा ते हंकार का कोई मेल नहीं है। को सतनाम श्री। प्रीतम जी कहने, सगल संतन पह बस्तिक मांगो, करो बेनंती बेनती करो। माता गंगा जी गए सी ना मंगण वास्ते पुत्र की दात, उत्थे भी गुरु अर्जन देव जी ने आ गल समझाई। साडे वास्ते भी है ये प्रथा है। साखी महापुरख बोलते किसी एक नूं संबोधन करते न तो अपने सारिਆਂ वास्ते हुंदी है। सांझी सगल जहाने ते माता गंगा जी चढ़ के चले गए गड्डियां उत्ते, संगतां चलियां गईयां, शाही ठाठ नाल चले गए। अगों बाबा बुढ़ा जी कहने भज किवें गुरु कहने भाजना पईयां आउंदियां। तो जद उन्होंने आके गुरु अर्जन देव मन दसिया कि महाराज आ गल हो गई, असीं तां काम बनाउण दी बजाय होर बिगाड़िया है। कहने क्यों जी? कहने बाबा जी, महाराज बाबा जी तो कहते किवें गुरु कहने भाजना पईयां आउंदियां है, ऐ क्यों कहता? तुसीं किद्दां गए सी? असीं जी प्रशादा बना के गड्ढे ते चढ़ के नाल काफ़ी संगतां तैयार हो गईयां, बल्द जोड़ ले। जदों नेड़े पहुँचे कहने धूड़ां उड़दियां वेख के अपने नाल दे साथी सेवादार नूं, नौकर मजदूर नूं, सीरी पाली नूं कहने ओए आ कौन आउंदा गड्ढियां ते? वो वेख के कहन लग्या जी ये तां गुरु के आउंदे आ, ये गुरु के नूं किवें भाजना पईयां आउंदियां। ते सतगुरु पातशाह कहने भलीए
ਮੰਗਣ ਜਾਈਦਾ ਤੇ ਮੰਗਤਿਆਂ ਵਾਲਾ ਲਿਬਾਸ ਬਣੇ ਤੇ ਗੱਡਿਆਂ ਚੜ੍ਹ ਕੇ ਜਾਈਦਾ। ਜੇ ਮੰਗਣ ਜਾਣਾ ਸੀ ਤੁਰ ਕੇ ਜਾਣਾ ਸੀ, ਮੰਗਤੇ ਬਣ ਕੇ ਜਾਈਦਾ ਗੁਰੂ ਘਰ ਦੇ ਵਿੱਚ। ਕਿਤੇ ਵੀ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ। ਇਸ ਦਰ ਦੇ ਆਪਾਂ ਸਾਰੇ ਮੰਗਤੇ ਆ। ਇੱਥੇ ਵੱਡੇ ਵੱਡੇ ਰਾਜੇ ਵੀ ਮੰਗਤੇ ਆ। ਤੇ ਬਾਹਰ ਜਾ ਕੇ ਸਿੱਖ ਭਾਵੇਂ ਦਾਤਾ ਵੀ ਹੈ, ਗੁਰੂ ਦੀਆਂ ਦਾਤਾਂ ਇਹਦੇ ਕੋਲ ਬਖਸ਼ਿਸ਼ਾਂ ਹੈ, ਪਰ ਨਾਨਕ ਦੇ ਘਰ ਦਾ ਇਹ ਮੰਗਤਾ ਹੈ, ਲਾਲਾ ਗੋਲਾ ਹੈ। ਨਾਨਕ ਤੇਰਾ ਬਾਣੀਆ ਇਹਦਾ ਸੇਵਕ ਹੈ। ਤਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਓ ਰੱਬ ਦੇ ਪਿਆਰਿਆਂ ਤੋਂ ਕੀ ਮੰਗੀਏ? ਨਾਮ ਦੀ ਦਾਤ, ਉਹਨਾਂ ਦੀ ਚਰਨ ਧੂੜ ਮੰਗੋ। ਸਹੀ ਪਿਆਰਿਆਂ ਮੇਲ, ਇਹੀ ਤਾਂ ਅਰਦਾਸ ਆਪਾਂ ਰੋਜ਼ ਕਰਦੇ ਹਾਂ। ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਫਿਰ ਦੂਜੇ ਦਿਨ ਮਾਤਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਵੀ ਇੱਦਾਂ ਜਾਓ, ਜਿਵੇਂ ਖੇਤਾਂ 'ਚ ਰੋਟੀ ਲੈ ਕੇ ਜਾਈਦੀ ਹੈ ਨਾ, ਤੁਰ ਕੇ ਜਾਈਦਾ। ਕੋਈ ਚੀਜ਼ ਮੰਗਣ ਜਾਈਏ ਤਾਂ ਤੁਰ ਕੇ ਜਾਈਦਾ, ਆਪਦੀ ਹੱਥੀਂ ਸੇਵਾ ਕਰੀਦੀ ਹੈ। ਸਾਖੀ ਤੁਸੀਂ ਜਾਣਦੇ ਹੋ। ਫਿਰ ਮਾਤਾ ਜੀ ਨੂੰ ਸਭ ਕੁਝ ਪ੍ਰਾਪਤ ਹੋਇਆ। ਮੇਰੇ ਪ੍ਰੀਤਮ ਜੀ ਕਹਿੰਦੇ ਕਰੋ ਬੇਨੰਤੀ ਮਾਨ ਤਿਆਗੋ ਹੰਕਾਰ ਤਿਆਗ ਕੇ, ਵਾਰ ਵਾਰ ਜਾਈ ਲਖ ਬਰੀਆ। ਔਰ ਉਹਨਾਂ ਦੀ ਸਿਫਤ ਕਰਕੇ ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ, ਤੁਸੀਂ ਬਹੁਤ ਚੰਗੇ ਹੋ। ਪਰਮੇਸ਼ਰ ਅੱਗੇ ਬੇਨਤੀਆਂ ਕਰੋ, ਤੁਸੀਂ ਬਹੁਤ ਚੰਗੇ ਹੋ, ਮੈਂ ਤੁਹਾਡੇ ਤੋਂ ਬਲਿਹਾਰੇ ਜਾਵਾਂ। ਦੇਹੋ ਸੰਤਨ ਕੀ ਧੂਰਾ ਜੀਓ, ਮੈਨੂੰ ਤੇਰੇ ਸੰਤਾਂ ਦੇ ਚਰਨਾਂ 'ਚ ਬੈਠਣ ਦਾ ਸਮਾਂ ਹੀ ਬਖਸ਼ ਦੇ। ਇਹ ਸਮਾਂ ਐਵੇਂ ਨਹੀਂ ਮਿਲ ਜਾਂਦਾ ਗਾ ਵੀ ਘਰੋਂ ਤੁਰ ਪਏ ਤੇ ਹਾਂ ਮਿਲ ਗਿਆ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਪੂਰਬ ਕਰਮ ਅੰਕਰਜ ਪ੍ਰਗਟੇ, ਜਦੋਂ ਪੂਰਬਲੇ ਕੋਈ ਚੰਗੇ ਕਰਮ ਉਗਰਦੇ ਆ, ਪੈਦਾ ਹੁੰਦੇ ਆ। ਭੇਟਿਓ ਪੁਰਖ ਰਸਕ ਬੈਰਾਗੀ, ਫਿਰ ਨਾਮ ਜਪਣ ਵਾਲੇ ਰਸੀਆਂ ਦੀ ਸੰਗਤ ਹੁੰਦੀ ਆ, ਵੈਰਾਗੀਆਂ ਦੀ, ਪਿਆਰਿਆਂ ਦੀ ਸੰਗਤ ਹੁੰਦੀ ਆ, ਐਵੇਂ ਨਹੀਂ ਹੁੰਦੀ। ਪ੍ਰੀਤਮ ਜੀ ਕਹਿੰਦੇ ਸਗਲ ਸੰਤਨ ਪਹਿ ਬਸਤਿਕ ਮੰਗੋ। ਜੇ ਬਿੰਤੀ, ਇੱਥੇ ਬਿੰਦੀ ਲੱਗੀ ਆ, ਜੇ ਬਿੰਦੀ ਲਾ ਦਈਏ ਮੰਗੋ। ਫਿਰ ਗੁਰੂ ਅਰਜਨ ਦੇਵ ਜੀ ਖੁਦ ਕਹਿ ਰਹੇ ਆਪਣੇ ਆਪ ਨੂੰ, ਮੈਂ ਰੱਬ ਦੇ ਪਿਆਰਿਆਂ ਤੋਂ ਇਹ ਵਸਤੂ ਮੰਗਦਾ ਹਾਂ। ਜੇ ਇੱਥੇ ਆਪਾਂ ਬਿੰਦੀ ਨਾ ਲਾਈਏ ਮੰਗੋ, ਫਿਰ ਸਾਨੂੰ ਗਾਈਡ ਕਰ ਰਹੇ ਆ, ਸਿੱਖੋ ਇਸ ਤਰ੍ਹਾਂ ਮੰਗਣਾ ਹੈ। ਕਹੋ ਸਤਿਨਾਮ ਸ੍ਰੀ, ਦੋਨੇ ਅਰਥੀ ਬਣਨਗੇ ਸ਼ਬਦ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਸਗਲ ਸੰਤਨ ਪੈ ਵਸਤਿਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ। ਵਾਰ ਵਾਰ ਜਾਈ ਲਖ ਬਰੀਆ, ਦੇਹੋ ਸੰਤਨ ਕੀ ਧੂਰਾ ਜੀਓ। ਕੀ ਮੰਗਣਾ ਹੈ? ਤੇਰੇ ਪਿਆਰਿਆਂ ਦੀ ਚਰਨ ਧੂੜ। ਤੇ ਚਰਨ ਧੂੜ ਤਾਂ ਫਿਰ ਚਰਨਾਂ ਕੋਲ ਜਾ ਕੇ ਮਿਲੋ ਨਾ, ਘਰੇ ਬੈਠਿਆ ਥੋੜ੍ਹਾ ਪਹੁੰਚੂਗੀ ਪੁੜੀ ਦੇ ਵਿੱਚ। ਕਹੋ ਸਤਿਨਾਮ ਸ੍ਰੀ, ਕੋਲੇ ਜਾ ਕੇ ਮਿਲੂ। ਤੇ ਨਾਲੇ ਚਰਨ ਧੂੜ ਕੇਵਲ ਰੇਤੇ ਦੀ ਪੁੜੀ ਦਾ ਨਾਂ ਨਹੀਂ ਹੈ, ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਜਿਹੜੇ ਉਹਨਾਂ ਦੇ ਮੁਖ 'ਚੋਂ ਬਚਨ ਨਿਕਲਣਗੇ, ਉਹ ਉੱਡ ਕੇ ਧੂੜ ਦੀ ਤਰ੍ਹਾਂ ਤੁਹਾਡੇ ਕੰਨਾਂ ਵਿੱਚ ਜਾਣਗੇ। ਕਹੋ ਸਤਿਨਾਮ ਸ੍ਰੀ। ਉਹ ਜਿਹੜੇ ਧੂੜ ਦੇ ਭਾਵ ਉਹਨਾਂ ਦੇ ਮੁੱਖੋਂ ਦੇ ਬਚਨ ਜਿਹੜੇ ਨਿਕਲਦੇ ਹਨ, ਕਥਾ ਕੀਰਤਨ ਵਿਚਾਰਾਂ ਕੁਝ ਵੀ, ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਬੈਠ ਕੇ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਫਿਰ ਅਸੀਂ ਜਦੋਂ ਸੁਣਾਂਗੇ, ਫਿਰ ਸਾਡੀ ਜ਼ਿੰਦਗੀ ਸੁਧਾਰ ਦੇਣੀ ਹੈ। ਬੇਨਤੀ ਕਰੀਏ, ਤੁਮ ਦਾਤੇ ਤੁਮ ਪੁਰਖ ਵਿਦਾਤੇ। ਰੱਬ ਦੀ ਸਿਫਤ ਕਰਨੀ ਪੈਣੀ ਹੈ, ਗੁਰੂ ਦੀ ਸਿਫਤ ਕਰਨੀ ਪੈਣੀ ਹੈ। ਇੱਕ ਵਾਰੀ ਸਿੱਖਾਂ ਨੇ ਮੇਰੇ ਪ੍ਰੀਤਮ 10ਵੇਂ ਪਾਤਸ਼ਾਹ ਨੇ ਪੁੱਛਿਆ, ਮਹਾਰਾਜ ਜਦੋਂ ਤੁਸੀਂ ਕਿਸੇ ਮਨੁੱਖ 'ਤੇ ਜਾਂ ਆਪਣੇ ਗੁਰਸਿੱਖ 'ਤੇ ਖੁਸ਼ ਹੁੰਦੇ ਹੋ, ਉਦੋਂ ਕਿਵੇਂ ਕਿਰਪਾ ਕਰਦੇ ਹੋ? ਕਹਿੰਦੇ ਜਦੋਂ ਮੈਂ ਕਿਸੇ ਆਪਣੇ ਪਿਆਰੇ 'ਤੇ ਖੁਸ਼ੀ ਵਰਤਾਉਣਾ ਤਾਂ ਮੈਂ ਉਹਦੇ ਘਰੇ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਣ ਲਈ ਭੇਜ ਦਿੰਦਾ। ਕਹੋ ਸਤਿਨਾਮ ਸ੍ਰੀ। ਅੱਛਾ ਮਹਾਰਾਜ, ਇਦੋਂ ਵੱਧ ਵੀ ਹੈ? ਕਹਿੰਦੇ ਹਾਂ, ਜ਼ਿਆਦਾ ਖੁਸ਼ੀ ਆ ਜੇ 3 ਭੇਜ ਦੇਈਦੇ ਆ। ਕਹੋ ਸਤਿਨਾਮ ਸ੍ਰੀ। ਇਦੋਂ ਵੱਧ ਵੀ ਹੈ? ਕਹਿੰਦੇ ਹਾਂ, ਫਿਰ ਤਾਂ 5 ਸਿੰਘਾਂ ਨੂੰ ਭੇਜ ਦੇਈਦਾ। ਮਹਾਰਾਜ ਇਦੋਂ ਵੱਧ ਵੀ ਹੈ? ਕਹਿੰਦੇ ਹਾਂ, ਬਸ ਫਿਰ ਮੈਂ ਉਹਨੂੰ ਅੰਮ੍ਰਿਤ ਛਕਾ ਕੇ ਆਪਦੇ ਗਲੇ ਲਾ ਕੇ ਆਪਦਾ ਹੀ ਬਣਾ ਲੈਂਦਾ। ਕਹੋ ਸਤਿਨਾਮ ਸ੍ਰੀ। ਇਹ ਵੱਡੀਆਂ ਦਾਤਾਂ।
आपे सेवा लायन आपे बख्श करे, सबना का माँ प्यो आप है आपे सार करे। वो सबना का माँ प्यो आप है तो आपे सब नूं संभालण वाला है। इस करके बलिहारे जाइए तुम दाते, तुम पुरख विधाते। तू मेरा दाता है, तू मेरा पुरख, पति परमेश्वर मालक तू ही है। पुरख हुंदा, पुरख ते इस्त्री दो जने आ, ते पुरख जिहड़ा है वो पति है। इत्थे परमेश्वर नूं मालक पति परमात्मा कहा है। कहंदे तू साडा दाता है, तू साडा पुरख है, विधाता, तू साडे कर्मां नूं लिखण वाला भी है। विधाता विधि दा मालक, विधान नूं बनाउण वाला, जिस दे हुक्म अंदर सब चल रहा है, तू विधाता भी है। धन धन श्री गुरु हरगोबिंद साहब जी की गल याद आई। उन्होंने कोल एक माता आई, माता ने आके बेनती की, पातशाह कृपा करो कि साडे बच्चा नहीं है कोई। कहो सतनाम श्री। पातशाह 2 मिनट नेत्र बंद करके कहने भाई तेरे तो भागां च लिखिया ही नहीं। कहो सतनाम श्री। बेचारी नूं गाहां गल ही नहीं औड़ी। पातशाह कहते लिखिया ही नहीं गा। वो तो पता ही है महाराज, सारे थावां ते जाके आ गए, भागां च नहीं होना। फिर मुड़ चली दुखी जे मन नाल उठ के तुर पई। उत्ते जदों तुरन लगी बाहर निकली तो अगे भाई साहब भाई गुरदास जी ओहो घूम रहे टक्कर गए। कई बारी संगत का चेहरा वेख के पता लग जाता भी दुखी है कि सुखी है, गल्लां बातां पता लग जाता। भाई गुरदास ने भांप लिया कि माता आई गुरु घर दे विच गुरु साहब के दर्शन भी होए तो इदां किवें फिर भी चिंता जा रही है। चिंता खत्म नहीं की पातशाह ने इन्हां दी। भैन किवें आई तो किवें चली, बस वीरा पुछना। सारे थावां ते जा आई, कितों खैर नहीं पई। का घर बाकी रह गया सीगा। इत्थे आई सी पातशाह कोल, बेनती की सी एक पुत्र की दात ही मिल जे। ये भी कहंदे लिखिया नहीं हैगा, हुण कित्थे जाइए। कहो सतनाम। कहंदे वाह भोलीए, तैनूं पता नहीं जे नहीं लिखिया तो लिखण वाला भी यही है। कहो सत तू दाते तुम पुरख विधाते। तैनूं पता नहीं लिखण वाला है। कहनी वीरे मैनूं तां पता नहीं। कहना फिर तैनूं मैं जुगती दसदा। भाई गुरदास भी एक संत है साडे घर दे, गुरु नानक दे घर दे। संतां कोले जुगती हुंदी है, ब्रह्म ਗਿਆਨੀਆਂ कोले, नाम जपण वालिਆਂ कोले। कहंदे की? कहंदा भैणे हुण तां जा, हुण तां जिहड़ा बचन होना सी हो गया, हुण तूं आई कल नूं कागज कलम ते शाही चक्की आई नाल। कहंदी ठीक आ, ते फिर तूं जाई पातशाह कोल। जे तैनूं पातशाह ने फिर कहता लिखिया नहीं गा तो तिन्ने चीज़ां सामने करके कहदी जी उदों लिखिया हुण लिख दिओ, तूं ही विधाता लिखण वाला है। पूरे पक्के मन नाल कहना होऊगा, कोई भरम नहीं रखना। इसे ने लिखना सीगा, हो सकदा उदों नहीं लिखिया तो हुण लिख दूगा, किहड़ी वड्डी गल है। फिर बीबी नूं कुछ खुशी होई भी यार ठीक है रस्ता तो लभ्या। राम नाम सत है पर कुंजी संतां दे हत्थ है। कहो सतनाम श्री। पर संत भी वो होण जिन्ना सास गिरास न विसरे, हरनामा मन मंत, धन से सही नानका पूर्ण सोई संत। वो संत होण किते। दूजे दिन माता खुशी खुशी फिर आ गई। उही हत्थ विच एक स्याही वाली दवात है, कागज है, कलम है। भाई गुरदास जी फिर विहड़े च मिल के घूमते किते। आ गई भैणे जा, वैसे गुरु साहब किधरे जान लगे छेती वग जा। उधरों पातशाह कने घोड़े ते चढ़े खड़े है तो उधरों बीबी पहुँच गई। तुरन ही लगे सी पातशाह पातशाह। हाँ भाई बस पातशाह उही बेनती कल भी बेनती की सीगी। सारी जिंदगी आई जाती है, बच्चा कोई नहीं है, पुत्र की दात एक मिल जाए। बीबी तैनूं कल भी कहा ना तेरे कर्मां 'च लिखिया नहीं हैगा, तो फिर लिखना तुसी सीगा ना। आ फड़ो उदों लिखिया तो हुण लिख दिओ। हुण दसो जवाब की देन पातशाह। भी मैं नहीं लिख सकता, कह सकते आ? कह नहीं सकते क्योंकि है ही खुद। कहते इहनूं किहनूं दस दईए गल। खुश भी होए अंदरों, परमेश्वर नाल भी जुड़े भी हुण तां देना ही पैना। ये तो भेद किसी ने देता इहनूं मेरा। कहो सतनाम श्री।
लिया फड़ा। लिखते लिखते सोचन लगे भी अज एक देता इन्हें फिर कल नूं फिर आउणा गेड़ा मार के बाबा जी एक होर हो जाए, दो होर हो जाण, क्योंकि उदों 5-5 7-7 बच्चे लोगों ने हुंदे सी, असीं भी 5 भाई हैं। पातशाह जी ने कीती तां किरपा है ते 9 लाता घोड़े दे, कहंदे कहो सतनाम, कहंदे घोड़े ने मेरे हत्थ लाता। पाउण लगे सी गुरुमुखी वाला ਏਕਾ ਜਿਹੜਾ ਇੱਕ ਓਂਕਾਰ ਦੇ ਮੂਹਰੇ ਲੱਗਿਆ। ਏਕਾ ਪਾਉਂਦਿਆਂ ਜੇ ਉਹਦੀ ਡੰਡੀ ਪਿਛਾਂਹ ਨੂੰ ਕਰ ਦਈਏ ਏਕਾ ਬਣ ਜਾਂਦਾ, ਮੂੰਹ ਨੂੰ ਕਰ ਦਈਏ ਸਾਤਾ ਬਣ ਜਾਂਦਾ। ਤੇ ਪਾਤਸ਼ਾਹ ਜੀ ਨੇ ਏਕਾ ਪਾਉਂਦੇ ਉਹ ਡੰਡੀ ਪਿਛਾਂਹ ਦੀ ਬਜਾਏ ਗਾਂਹ ਨੂੰ ਕਰਤੀ ਤੇ ਸਾਤਾ ਬਣਾਤਾ। ਕਹਿੰਦੇ ਉਹ ਲੈ ਦੇਣਾ ਤਾਂ ਇੱਕੋ ਸੀਗਾ, 7 ਲਿਖੇ ਗਏ, ਜਾ ਹੁਣ ਤੇਰੇ 7 ਹੋਣਗੇ, ਕਹੋ ਸਤਨਾਮ ਸੀ। ਫਿਰ ਕਿੰਨੀ ਖੁਸ਼ ਉਹ ਮਾਈ जब 7 पुत्रां की दात बख्शी। तुम दाते तुम पुरख विधाते, तुम समर्थ सदा सुख दाते, तू कोई नहीं कर सकता, तेरे हाथ में सब कुछ है। साचे साहिबा क्या नाही घर तेरा, सब को तुम ही ते वरसावे। वरसाउणा जिवें माई नूं 7 पुत्रां की दात देती, इहनूं वरसाउणा कहंदे। अवसर करो हमारा पूरा जियो, साडा समा सही करो, किरपा करो। बेनती सहित करो, मान भी करो, पर हंकार नहीं, वो छड्ड के बेनती सहित गुरु ते मान करके, जिवें बीबी ने बेनती की। पातशाह कहंदे हत्थ हिलाता घोड़े ने, देना तो इक्को ही सीगा, चल हुण 7 होणगे, साता पै गया, जा लै जा। उस बीबी दे मुड़ के 7 पुत्र होए। एक ऐसी भी माई गुरु घर दे विच मैं सुनी आ, सेवा करन आउंदी सी, लंबे समय तो बच्चा नहीं सी कोई, ਉਹਦੇ बारे मैं सुनिया। वो कीर्तन सुनती सी, कथा सुनती सी, झाड़ू मार के जाती सी, बच्चा ਉਹਦੇ भी कोई नहीं सीगा। ਤਾਂ गुरु प्यारिओ एक हुक्मनामा पातशाह जी की पवित्र बाणी विच ਜਿਹਦੇ ਵਿੱਚ ਇੱਕ ਸ਼ਬਦ ਆਉਂਦਾ ਕਰਤਾਰੀ, ਤੇ ਉਸ ਮਾਈ ਦਾ ਨਾਂ ਵੀ ਕਰਤਾਰ ਕੌਰ ਸੀ। ਕਹੋ ਸਤਨਾਮ ਸ੍ਰੀ। ਤੇ ਕਹਿੰਦੇ ਉਸ ਨੇ ਤਾਂ ਇੱਕ ਦਿਨ ਬਚਨ ਸੁਣ ਲਿਆ, ਇਹ ਹੁਕਮਨਾਮਾ ਆਇਆ ਤੇ ਉਹ ਹੁਕਮਨਾਮਾ ਹੀ ਮੰਨ ਕੇ ਚਲੀ ਗਈ। ਰੰਗ ਰੰਗੀ ਕਰਤਾਰੀ ਰੇ, ਗੁਰਗਮ ਹਰਦਮ ਨਹਿ ਜਮ। रंग रंगी करतारी ने, उस बीबी ने उदनों हुक्मनामा सुन के ही किरपा अपना समझ ली कि बापू ने मैनू हुक्मनामा देता भी ये करतारी दे रंग लगणगे। अगे 4 शब्द लिखे न, ते उस माई की भावना करके उहदे बच्चे होने शुरू होए, ते 4 बच्चे होए, ते 9 बच्चों के उही रखे जिहड़े 9 शब्द विच लिखे हुए आ। कोई सतनाम श्री। तो इस करके गुरु नानक के घर भी सब कुछ है, अज भी मिलता। भावना शरधा भरोसे की गल है। खैर पातशाह कहते बीबी 7 बच्चे होणगे, पर ऐ करी तू एक रख ली, 6 सानू दे दी। ना महाराज मैं थोड़ा दाती हाँ, तुसीं तां दाते हो, मैं नहीं दे सकती। कहो सतनाम। तुम दाते तुम पुरख विधाते, मैं थोड़ा दाती हाँ, दाती तां तू ही हो। पातशाह कहते कोई गल नहीं, तैनूं एक चाहिदा सी ना जी, हुण तां 7 ही चाहिए आ। कहो सतनाम। एक खेत जाऊगा, दूजा रोटी लैके जाऊगा, कोई बाजार जाऊगा, कोई इधर उधर, सारिਆਂ ਦੇ ਕੰਮ गिनाते। पातशाह नूं पता है भी गृहस्थी ਜਿਹੜੇ ਹਨ ਉਹਨਾਂ ਨੂੰ ਵਾਕਿਆ ਬੱਚਿਆਂ ਦੀ ਲੋੜ ਆ। ਕਹਿੰਦੇ ਚੰਗਾ ਫਿਰ ਸਮਾਗਮਾਂ ਤੇ ਆ ਜਾ ਕਰੋ, ਗੁਰਪੁਰਬਾਂ ਤੇ ਆਇਆ ਕਰੋ। ਕਹਿੰਦੇ ਹਾਂ ਫਿਰ ਸਾਰੇ ਆਇਆ ਕਰਾਂਗੇ ਜਿਵੇਂ ਆਪਾਂ ਜਾਉਣੇ ਆ। ਕਹੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਇਉਂ ਬੇਨਤੀ ਕਰੋ परमेश्वर ਦੇ ਅੱਗੇ, तुम दाते तुम पुरख विधाते, तुम समर्थ सदा सुख दाते। तुसीं सुखां दे दाते की नहीं कर सकते, सब कर सकते हो। सब को तुम ही ते वरसावे, सारे तैथों ही दातां लैंदे न। अवसर करो हमारा पूरा जियो, साडा भी हुण समा आया मंगण दा, सानू भी दिओ। मंगना की है? मंगना मंगण नीका हर जस गुर ते। मंगना अवसर हुंदा समा, ते आ समा फेर नहीं मिलना जिहड़ा आपां नूं हुण मिलिआ। जिहड़ा कल लंघ गया वो दोबारे नहीं आना। कोई सतनाम सी। अवसर लज्जा राख लिओ, जिवें सदना फसिया। एक बार सदना जिहड़ा भगत बन गया सी, पहलां वो कसाई सीगा,
ਇੱਕ ਵਾਰ ਇਹ ਸਦਨਾ ਫਸ ਗਿਆ ਸੀ ਕਿਤੇ, ਉੱਥੋਂ ਫਿਰ ਪਰਮੇਸ਼ਰ ਅੱਗੇ ਭਗਤ ਬਣਨ ਤੋਂ ਬਾਅਦ ਕਿਤੇ ਫਸ ਗਿਆ ਸੀਗਾ, ਉਹ ਘਟਨਾ ਐਸੀ ਘਟੀ। ਉਦੋਂ ਫਿਰ ਇਹਨੇ ਬੇਨਤੀ ਕੀਤੀ ਸਦਨੇ ਨੇ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ, ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ। ਅਵਸਰ ਹੋਣੇ ਐਟ ਏ ਟਾਈਮ, ਅਵਸਰ ਹੁੰਦਾ ਐਟ ਏ ਟਾਈਮ ਹੋਣੇ ਹੀ। ਅਤੇ ਫਿਰ ਉੱਥੋਂ ਪਰਮੇਸ਼ਰ ਨੇ ਸਦਨੇ ਭਗਤ ਨੂੰ ਕੱਢਿਆ ਸੀ। ਕਹੋ ਸਤਿਨਾਮ। ਉਹ ਬਚਨ ਪੰਜਵੇਂ ਪਾਤਸ਼ਾਹ ਨੇ ਬਾਣੀ ਵਿੱਚ ਲਿਖ ਦਿੱਤਾ, ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਉਹ ਘਟਨਾ ਕਦੇ ਫਿਰ ਸੁਣਾਵਾਂਗੇ। ਖੈਰ ਮੇਰੇ ਪ੍ਰੀਤਮ ਜੀ ਕਹਿੰਦੇ, ਦਰਸ਼ਨ ਤੇਰਾ ਭਵਨ ਪੁਨੀਤਾ, ਤੇਰਾ ਦਰਸ਼ਨ ਹੀ ਸਾਡਾ ਭਵਨ ਨੂੰ ਪਵਿੱਤਰ ਕਰਦਾ। ਪੁਨੀਤ ਹੁੰਦਾ ਹੈ ਪਵਿੱਤਰ, ਪਵਿੱਤਰ ਪਵਿੱਤਰ ਪੁਨੀਤ, ਜਿਹਦੇ ਕਿਸੇ ਚੀਜ਼ ਨੂੰ 3 ਵਾਰੀ ਸਾਫ਼ ਕੀਤਾ ਜਾਵੇ। ਜਿਵੇਂ ਬੀਬੀਆਂ ਇੱਕ ਤਾਂ ਆਟੇ ਨੂੰ ਛਾਣਦੀਆਂ, ਇੱਕ ਕੱਪੜੇ ਵੀ ਦੀ ਟਪਾਉਂਦੀਆਂ, ਕੱਪੜ ਛਾਣ ਕਰਦੀਆਂ, ਉਹ ਕੁਛ ਵੀ ਨਹੀਂ ਰਹਿੰਦਾ, ਫਿਰ ਮੈਦਾ ਬਣ ਜਾਂਦਾ, ਗਿਰੀ ਦਾ ਆਟਾ ਨਿਕਲ ਆਉਂਦਾ ਥੱਲਿਓਂ। ਕੋਈ ਸਤਿਨਾਮ ਸ੍ਰੀ। ਉਸੇ ਤਰ੍ਹਾਂ ਹੀ ਪੁਨੀਤ ਹੁੰਦਾ ਕਲੀਅਰ ਸਾਫ਼। ਮਹਾਰਾਜ ਤੇਰੇ ਦਰਸ਼ਨਾਂ ਦੇ ਨਾਲ ਸਾਡਾ ਹਿਰਦਾ ਰੂਪੀ ਭਵਨ, ਇਹ ਘਰ ਪਵਿੱਤਰ ਹੋ ਜਾਵੇਗਾ। ਆਤਮਗੜ ਬਿਖਮਤ ਨਾਹੀ ਜੀਤਾ, ਮੈਂ ਸੁਣਿਆ ਜਿਨ੍ਹਾਂ ਨੇ ਤੇਰੇ ਦਰਸ਼ਨ ਕੀਤੇ ਉਹਨਾਂ ਨੇ ਆਤਮਾ ਰੂਪੀ ਕਿਲਾ ਜਿੱਤ ਲਿਆ। ਕਬੀਰ ਸਾਹਿਬ ਜੀ ਕਹਿੰਦੇ, ਮਹਾਰਾਜ ਮੈਥੋਂ ਕਿਲਾ ਖੋਲਿਆ। ਕਿਹੜਾ ਕਿਲਾ ਖੋਲਿਆ? ਆ ਮੇਰੀ ਬਾਡੀ ਆ, ਸਰੀਰ ਵਾਲਾ। ਕਿਹਨੇ? ਕਾਮ ਨੇ, ਕ੍ਰੋਧ ਨੇ, ਲੋਭ ਨੇ, ਹੰਕਾਰ ਨੇ, ਇਹਨਾਂ 5 ਵਿਕਾਰਾਂ ਨੇ ਖੋਲਿਆ। ਮੈਨੂੰ ਤਾਂ ਬਾਹਰ ਕੱਢੀ ਰੱਖਦੇ ਆ। ਜਾ ਕਬੀਰ ਫਲਾਨਾ ਕੰਮ ਕਰ, ਜਾ ਕਬੀਰ ਫਲਾਨਾ ਕੰਮ ਕਰ। ਅੰਦਰਲਾ ਰਸ ਇਹ ਪੀ ਜਾਂਦੇ ਆ ਨਾਮ ਦਾ, ਮੈਨੂੰ ਨਾਮ ਦਾ ਟਾਈਮ ਹੀ ਨਹੀਂ ਦਿੰਦੇ ਕਿ। ਬੇਬੇ ਕਹਿੰਦੀ ਆ, ਪੁੱਤ ਆ ਦਾਣੀਆਂ ਬੁਣ ਲਿਆ ਕਰ, ਆ ਲੋਕਾਂ ਦੀਆਂ 7-8 ਤਾਣੀਆਂ ਖਰਾਬ ਹੋ ਗਈਆਂ ਪਈਆਂ। ਤੂੰ ਖੱਡੀ 'ਚ ਬਹਿ ਤਾਂ ਜਾਂਦਾ, ਮੁੜ ਕੇ ਨਾਲ ਵਗਾਉਂਦਾ ਹੀ ਨਹੀਂ ਗਾ। ਉਹ ਖੱਡੀ ਵਿੱਚ ਬੈਠ ਕੇ ਲੱਤਾਂ ਨੂੰ ਮੁਕਾ ਕੇ ਬਹਿ ਜਾਂਦੇ ਅਤੇ ਸਿਮਨ ਵਿੱਚ ਹੀ ਚਲੇ ਜਾਂਦੇ, ਨਾਲ ਉੱਥੇ ਹੀ ਪਈ ਰਹਿੰਦੀ ਧਾਗੇ ਵਾਲੀ, ਗੁੱਟੀ ਵਾਲੀ। ਬੇਬੇ ਕਹਿੰਦੀ, ਪੁੱਤ ਆ ਦੇਖ ਲੋਕਾਂ ਦੀਆਂ ਤਾਣੀਆਂ ਖਰਾਬ ਹੋਈ ਜਾਂਦੀਆਂ, ਤੂੰ ਬੁਣ ਕੇ ਦੇ ਉਹਨਾਂ ਨੂੰ, ਨਾਲੇ 4 ਪੈਸੇ ਆਉਣਗੇ। ਸੁਣੋ ਦਰਾਣੀ ਸੁਣੋ ਜਠਾਣੀ, ਇੱਕ ਅਚਰਜ ਭਇਓ, ਜਬ ਕੀ ਮਾਲਾ ਲਈ ਨਿਪੁੱਤੇ ਤਬ ਤੇ ਸੁਖ ਨ ਭਇਓ। ਇਹ ਹੈਰਾਨੀ ਵਾਲੀ ਗੱਲ ਹੈ। ਇਹ ਮਰ ਕਿਉਂ ਨਹੀਂ ਜਾਂਦਾ? ਮੇਰਾ ਮੁੰਡਾ ਵਿਗੜ ਗਿਆ। ਵਿਗੜਿਓ ਕਬੀਰਾ ਰਾਮ ਦੁਹਾਈ। ਕਬੀਰ ਸਾਹਿਬ ਜੀ ਕਹਿੰਦੇ ਗੱਲ ਸਹੀ ਆ। ਇਹ ਦੁਨੀਆ ਸੁਧਰਿਆਂ ਨੂੰ ਵਿਗੜਿਆ ਦੱਸਦੀ ਹੈ, ਵਿਗੜਿਆਂ ਨੂੰ ਸੁਧਰਿਆ। ਉਹ ਪੁੱਠੀ ਚੱਲਦੀ ਆ। ਗਾਡੀ ਕੋ ਚਾਕੀ ਕਹੇ, ਜਿਹੜੀ ਗੱਡੀ ਹੋਈ ਖੜੀ ਆ ਚੱਕੀ, ਉਹ ਤਾਂ ਕਹਿੰਦਾ ਗੱਡੀ ਖੜੀ ਹੈ ਨਾ, ਉਹਨੂੰ ਕਹਿੰਦੇ ਚੱਕੀ ਹੈ, ਚੱਲਦੀ ਹੈ। ਅਤੇ ਜਿਹੜੀ ਚੱਲਦੀ ਹੈ ਰੇਲਵੇ, ਉਹਨੂੰ ਕਹਿੰਦੇ ਗੱਡੀ ਹੈ। ਉਹ ਗੱਡੀ ਥੋੜ੍ਹੀ ਤਾਂ ਭੱਜੀ ਜਾ ਰਹੀ ਹੈ। ਕੋਈ ਸਤਿਨਾਮ ਸੀ। ਤੋ ਇਸ ਕਰਕੇ ਗੁਰੂ ਪਿਆਰਿਓ, ਪ੍ਰੀਤਮ ਜੀ ਕਹਿੰਦੇ, ਆਤਮਗੜ੍ਹ ਮੇਰਾ ਕਿਲਾ ਖੋਲ੍ਹਿਆ। ਕਿਉਂ ਲੀਜੈ ਗੜ੍ਹ ਬੰਕਾ ਭਾਈ, ਦੋਵਰ ਗੋਟਰ ਤੇਵਰ ਖਾਈ। ਕਿਹਨੇ ਖੋਲ੍ਹਿਆ? 5 ਵਿਕਾਰਾਂ ਨੇ, ਕਾਲ ਨੇ, ਵਿਸ਼ੇ ਵਿਕਾਰਾਂ ਨੇ ਮੈਥੋਂ ਮੇਰਾ ਸਰੀਰ ਖੋਲ੍ਹਿਆ। ਸਾਡੇ ਸਰੀਰ 'ਤੇ ਕਿਸੇ ਹੋਰ ਦਾ ਵਾਸਾ ਹੋ ਗਿਆ। ਜਿਵੇਂ ਕਿਸੇ ਵਿੱਚ ਭੂਤ ਵੜ ਜਾਏਗਾ, ਕਹਿੰਦਾ ਜੇ ਤੇ ਭੂਤ ਵੜ ਗਿਆ। ਸਾਡੇ ਵਿੱਚ ਵਿਕਾਰ ਰੂਪੀ ਭੂਤ ਬੜੇ ਹੋਏ ਆ, ਉਹਨਾਂ ਨੇ ਕਬਜ਼ਾ ਕਰ ਲਿਆ। ਕਿਉਂ ਲੀਜੈ ਗੜ੍ਹ ਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ। 2 ਕੰਧਾਂ ਅਤੇ 3 ਖਾਲੀਆਂ। 2 ਕੰਧਾਂ ਕਿਹੜੀਆਂ? ਇੱਕ ਹੰਕਾਰ ਦੀ ਅਤੇ ਇੱਕ ਕ੍ਰੋਧ ਦੀ। ਅਤੇ 3 ਖਾਲੀਆਂ ਕਿਹੜੀਆਂ? ਇੱਕ ਕਾਮ ਦੀ, ਇੱਕ ਮੋਹ ਦੀ, ਇੱਕ ਲੋਭ ਦੀ। ਇਹ 3 ਨਹਿਰਾਂ ਨੂੰ ਛੱਡ ਕੇ ਵਿਚਾਲੇ 2 ਕੰਧਾਂ ਕੱਢ ਕੇ ਕਿਲੇ 'ਤੇ ਕਬਜ਼ਾ ਕਰਤਾ, ਵੀ ਜਿਹੜਾ ਜੀਵ ਦਾ ਇਹ ਸਰੀਰ ਹੈ, ਇਹ ਜੀਵ ਇਹਦੇ ਵਿੱਚ ਵੜ ਨਾ ਸਕੇ ਮੁੜ ਕੇ। ਕੋਈ ਸਤਿਨਾਮ, ਬਾਹਰ ਹੀ ਤੁਰਿਆ ਰਵੇ। ਕਿਉਂ ਲੀਜੈ ਗੜ੍ਹ ਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ। 5 25 ਮੁਹੰਮਦ ਮਤਸਰ। ਇਹਨਾਂ 5 ਦੀਆਂ ਅੱਗੇ ਟੇਢੀਆਂ ਵਿੰਗੀਆਂ ਖੜਾਈਆਂ ਫੌਜਾਂ। 5 ਦੀਆਂ 25 ਪ੍ਰਕਿਰਤੀਆਂ। 5 25 ਮੁਹੰਮਦ ਮਤਸਰ। ਈਰਖਾ, ਦੁਈ, ਦਵੈਤ, ਨਿੰਦਿਆ, ਚੁਗਲੀ, ਸਾੜਾ ਆਦਿ ਇਹ ਪ੍ਰਕਿਰਤੀਆਂ ਇਹਨਾਂ 5 ਦੀਆਂ। ਆਡੀ ਪਰਬਲ ਮਾਇਆ, ਵਿੰਗੀ ਟੇਢੀ ਖੜੀ ਫੌਜ ਆ। 4 ਛਪੇਰੇ ਮੇਰੇ ਪਹਿਰਾ ਲਾ ਦਿੱਤਾ ਮੇਰੇ ਸਰੀਰ ਦੇ, ਮੈਨੂੰ ਘਰੇ ਨਹੀਂ ਵੜਨ ਦਿੰਦੀ ਇਹ। ਕਹੋ ਸਤਿਨਾਮ। ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੋ ਰਗਰਾਇਆ। ਮਾਲਕਾ ਮੈਂ ਕੀ ਕਰਾਂ? ਮੈਂ ਕਿਵੇਂ ਅੰਦਰ ਜਾਵਾਂ? ਆਪਦੇ ਕਿਵੇਂ ਅੰਦਰ ਬੈਠ ਕੇ ਸਿਮਰਨ ਕਰਾਂ? ਮੈਨੂੰ ਅੰਦਰ ਵੜ ਨਹੀਂ ਦਿੰਦੇ।
थिर कर बैसो हरजन प्यारे, तो बैठा किवें, बिठाता सही मैनू अंदर। तो गुरु पातशाह कहते मैं दसदा तैनू, प्रेम पलीता सुरत हवाई, गोला ज्ञान चलाया। ज्ञान दे नाल काम क्रोध नूं ढा, ज्ञान दे नाल पंजां विकारां नूं पिछे हटा, ते प्रेम दे गोले मार। जे कंध नहीं फुटदी ना, उत्तों दी मार। जिवें किला अपना उत्तों तो खाली है ना किला, बाहरले पासे मोटियां कंधां, उत्तों नहीं कोई बिच डिग पऊगा। इस तरह ही इस दिमाग दे विच कन्नां दे राही, सुरत राही ना शब्द दे गोले मार। प्रेम पलीता, प्रेम दी बत्ती ला के शब्द दा गोला, वाहिगुरु 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 वाहिगुरु। प्रेम पलीता सुरत हवाई, गोला ज्ञान चलाया। कहते इन्हें तो एक झोट नहीं चलनी, भज जाणगे नाल दी नाल। इसे करके आत्मगढ़ बिखम तिना ही जीता, जिन्हों ने सत्संग की, जिन्हों ने तेरे दर्शन किए, उन्होंने अपना किला खो लिया, इन्होंने विकारां तो वापस ले लिया, जित लिया। तुम दाते तुम पुरख विधाते, तू बड़ा दयालु कृपालु है, तू पुरख है, तू विधाता है, तुद जेवड़ अवर नसूरा जियो, ते तू जोधा बड़ा है। इन्हां विकारां नूं तैथों बिना कोई नहीं मार सकता। मन वसे आवे नानका, जे पूर्ण कृपा होए, गुरु का साथ लैके ही इन्हां नूं वस किया जा सकता। प्रीतम जी कहंदे, गुसाई दा पहलवानड़ा, हों गुरमिल उच्च दुमालड़ा, सब होई छिंज इकट्ठिया जियो। जदों गुरु ने मैनू दिता थापड़ा, मैं गुरु का पहलवान हाँ, मेरे 4 छपेरे 5 पहलवान लाते, कल्ले का 5 नाल घोल कराता। को सतनाम श्री, मैं कला ते काल दे 5 बंदे, 5 नाल घोल कराता मेरा। सब होई छिंज इकट्ठिया, दयो बैठा वेखै आप जियो। मेरा मालक भी पासे बह गया देखण वास्ते, मेरा पुत जितदा कि नहीं जितदा। ते काल भी बैठा 5 नूं छड्ड के, भी मेरे 5 जितदे है कि ये रब दा बंदा जितदा है। कहो सतनाम श्री। दयो बैठा वेखै आप जियो, बात बजन टमक भेरियां। फिर वो खाड़ा जिथे पहलवान घुलदे आ, उत्थे ढोल वजदे आ, इत्थे भी वजदे आ, साडे अंदर अनहद बाजे वजदे आ। वात बजन टमक भेरियां, मल लथे 5 विकार मल, मल लथे लैंदे फेरियां, मैनू ढाउण वास्ते तैयार हो गए। निहत्ते 5 जवान मैं, पर धन है मेरा सूरमा गुरु। निहत्ते निहत्ते करते ढा दिते मैं, निहत्ते 5 जवान मैं, गुर थापी दिती कंड जियो। जदों गुरु ने थापड़ा दिता मैनू, कोई सतना 5 ढाले। फिर ये ढाणे गुरु की कृपा नाल ही ढाए जा सकते हैं। मन वसे आवे नानका, जे पूर्ण कृपा होए। मन जीते जग जीत, तुम दाते तुम पुरख विधाते, तुद जेवड़ अवर न सूरा जियो। रेण संतन की मेरे मुख लागी, ते जे बेनती करोगे तो रब दे प्यारिਆਂ की संगत जरूर होगी। बेनती करोगे। गुरु अर्जन देव जी कहते मेरे तो मूँह नूं संतां दे चरनां दी धूड़ी लगी हुई आ। रेण धूड़ी, रेण संतन की मेरे मुख लागी। तो जदों ही ये मैं चरण धूड़ी लई, गुरु के ज्ञान के बचन उन्होंने कोलों लए, दुरमत बिन सी, माड़ी मत खत्म हो गई। कबुद्ध अभागी, ये माड़े भाग खत्म हो गए। माड़ी मत जिहड़ी माड़े भागा करके बनी सी, वो खत्म हो गई। दुरमत बिन सी कबुद्ध अभागी, ये भज गईयां। सच कर वैस रहे गुण गाए, मैं अंदर वड़ गया। फिर कर बैसो हर जन प्यारे, सतगुर तुमरे का सवारे। दुरमत वड़ने नहीं सी दिंदी। दुरमत मैनू करे विषय विकारां दे अड्डे वल लै जांदी आ, कदे वेसवा दे अड्डे वल लै जांदी आ, कदे नशियां दे अड्डे वल लै जांदी सी। जिदन दी साधुआं दी संगत होण लगी है, उदन दी ये चीज़ खत्म हो गई। को सतनाम। रब दे प्यारिਆਂ ने कृपा की, गुरबाणी ये कृपा करती है, साडा मार्गदर्शन करती है, गाइडेंस करती है। दुरमत खत्म हो गई, कुबुद्धि माड़ी बुद्धि खत्म हो गई। अभागी जिहड़े कि माड़े भाग बने हुए सी, वो हुण चंगे भाग हो गए। बड़भागी सतसंगत पाया, भागहीन भरम चोटां खाया। बिन भागा सतसंग न लभै, बिन संगत मैल भरीजै जियो।
ਵੱਡੇ ਭਾਗਾਂ ਦੇ ਨਾਲ ਗੱਲ ਬਣਦੀ ਆ। ਸੱਚ ਘਰ ਬੈਸ ਰਹੇ ਗੁਣ ਗਾਏ। ਹੁਣ ਮੈਂ ਆਪਦੇ ਘਰ 'ਚ ਬਹਿ ਗਿਆ, ਹਿਰਦਾ ਹੀ ਸੱਚ ਘਰ ਹੈ, ਆਪਣਾ ਆਪਾ ਹੀ ਸੱਚ ਘਰ ਹੈ। ਜਿਵੇਂ ਰਾਜਾ ਜਨਕ ਪੁੱਛਦਾ ਹੈ, ਅੱਧੀ ਰਾਤ ਨੂੰ ਸੁਪਨਾ ਆਉਂਦਾ ਹੈ ਉਸ ਨੂੰ ਕਿ ਜਿਵੇਂ ਉਹ ਭਿਖਾਰੀ ਬਣ ਗਿਆ, ਮੰਗਤਾ ਬਣ ਗਿਆ। ਸੁਪਨੇ ਵਿੱਚ ਮੰਗਦਾ ਫਿਰਦਾ, ਮੰਗਦਾ ਮੰਗਦਾ ਕਿਤੇ ਲੰਗਰ ਚੱਲੀ ਜਾਂਦਾ, ਉੱਥੇ ਪਹੁੰਚ ਗਿਆ। ਕਹਿੰਦਾ ਮੈਨੂੰ ਵੀ ਦਿਓ ਖਾਣ ਨੂੰ। ਉਹ ਕਹਿੰਦੇ ਭਾਂਡਾ ਲਿਆ ਆਪਦਾ। ਉਹ ਨੇੜੇ ਕਿਤੇ ਗਿਆ, ਠੀਕਰਾ ਲਿਆ ਤੋੜੇ ਦਾ ਚੱਕ ਕੇ, ਕਹਿੰਦੇ ਇਹ 'ਚ ਪਾ ਦਿਓ। ਉਹਨਾਂ ਨੇ ਪਾਤਾ। ਜਦੋਂ ਖਾਣ ਲੱਗਿਆ, ਕਿਸੇ ਜਾਨਵਰ ਨੇ ਝਪਟ ਮਾਰੀ ਜਾਂ ਕੁੱਤੇ ਨੇ ਮਾਰੀ ਜਾਂ ਕੋਈ ਕਹਿੰਦੇ ਦੋ ਬਲਦ ਢੱਠੇ ਲੜਦੇ ਹੋਏ ਉੱਤੇ ਆ ਚੜੇ ਤੇ ਉਹ ਹੱਥੋਂ ਡਿੱਗ ਪਿਆ ਖਾਣਾ ਪੀਣਾ ਤੇ ਇਹਦੀ ਜਾਗ ਖੁੱਲ੍ਹ ਗਈ। ਕਹੋ ਸਤ ਪਿਆ ਮਹਿਲਾਂ 'ਚ ਹੈ, ਸੁਪਨੇ ਮੰਗਤਿਆਂ ਦੇ ਆਈ ਜਾਂਦੇ ਆ। ਕਹੋ ਸਤਨਾਮ ਪਿਆ ਮਹਿਲਾਂ 'ਚ। ਹੈਰਾਨੀ ਚਲਿਆ ਗਿਆ ਵੀ ਇਹੋ ਜਿਹੀ ਗੱਲ ਤਾਂ ਕਦੇ ਮੈਂ ਸੁਪਨੇ ਵਿੱਚ ਵੀ ਨਹੀਂ ਸੋਚੀ ਕਿ ਮੈਂ ਮੰਗਤਾ ਬਣੂ। ਇਹ ਸੁਪਨਾ ਆਇਆ ਕਿਉਂ? ਫਿਰ ਤੜਕੇ ਆਪਣੇ ਬੰਦਿਆਂ ਨੂੰ ਪੁੱਛ, ਦੱਸੋ ਇਹ ਸੱਚ ਹੈ ਕਿ ਉਹ ਸੱਚ ਹੈ? ਇਹ ਨਹੀਂ ਦੱਸਦਾ ਵੀ ਸੁਪਨਾ ਸੱਚ ਹੈ, ਫਿਰ ਤਾਂ ਹਰੇਕ ਕਹਿੰਦੇ ਝੂਠਾ ਹੁੰਦਾ। ਫਿਰ ਗੁਰੂ ਪਿਆਰਿਓ ਕਿਰਪਾ ਕੀਤੀ, ਅਸ਼ਟਾਵਕਰ ਨੇ ਆ ਕੇ ਦੱਸਿਆ ਵੀ ਨਾ ਉਹ ਸੱਚ ਹੈ ਨਾ ਇਹ ਸੱਚ ਹੈ, ਆਹ ਸੱਚ ਹੈ, ਆਪਣਾ ਆਪਾ ਸੱਚ ਹੈ, ਹੋਰ ਸਭ ਝੂਠ ਹੈ। ਆਪਣੇ ਆਪੇ ਦੀ ਖੋਜ ਕਰੋ। ਸੱਚ ਘਰ ਬੈਸ ਰਹੇ ਗੁਣ ਗਾਏ। ਆ ਸਤਸੰਗ ਘਰ ਵੀ ਸੱਚ ਹੈ, ਗੁਰੂ ਘਰ ਵੀ ਸੱਚ ਹੈ, ਧਰਮ ਦਾ ਸਥਾਨ ਵੀ ਸੱਚ ਹੈ। ਔਰ ਇੱਥੇ ਆ ਕੇ ਤੁਸੀਂ ਆਪਦੇ ਹਿਰਦੇ ਨਾਲ ਜੁੜੋ। ਕਿਸੇ ਦੂਜੇ ਨੂੰ ਨਾ ਵੇਖੋ ਕਿਹਦੇ ਕਿਹੜਾ ਸੂਟ ਪਾਇਆ, ਕਿਹਦੇ ਕਿਹੜੇ ਗਹਿਣੇ ਪਾਏ ਆ, ਕਿਹੜਾ ਕਿਵੇਂ ਆਉਂਦਾ ਕਿਵੇਂ ਜਾਂਦਾ, ਇਹ ਨਾ ਵੇਖੋ, ਆਪਦੇ ਨਾਲ ਜੁੜੋ। ਕਹੋ ਸਤਨਾਮ। ਰਾਜੀ ਜਨਕ ਨੂੰ ਇਹ ਗਿਆਨ ਦਿੱਤਾ ਫਿਰ ਬਈ ਨਾ ਉਹ ਸੱਚ ਹੈ ਨਾ ਇਹ ਸੱਚ ਹੈ, ਨਾ ਸੁਪਨਾ ਸੱਚ ਹੈ ਨਾ ਸੰਸਾਰ ਸੱਚ ਹੈ। ਇਹ ਵੀ ਝੂਠਾ ਖਤਮ ਹੋਣ ਵਾਲਾ ਹੈ, ਸੁਪਨਾ ਵੀ ਖਤਮ ਹੋਣ ਵਾਲਾ ਹੈ, ਤੇਰਾ ਆਪਣਾ ਆਪਾ ਸੱਚ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ, ਇਹ ਸੱਚ ਨਹੀਂ ਹੈ। ਸੱਚ ਘਰ ਹੈ ਸਤਸੰਗ ਘਰ ਜਾਂ ਤੇਰਾ ਹਿਰਦਾ। ਸੱਚ ਘਰ ਵੈਸ ਰਹੇ ਗੁਣ ਗਾਏ, ਨਾਨਕ ਬਿਨ ਸੈ ਕੋਰਾ ਜੀਓ। ਹੁਣ ਅੰਦਰੋਂ ਝੂਠ ਖਤਮ ਹੋ ਗਿਆ, ਸੱਚ ਵਿੱਚ ਮਿਲ ਗਿਆ। ਸੱਚ ਨਾਲ ਮਿਲ ਕੇ ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ। ਜੀਵਨ ਦੇ ਵਿੱਚ ਸੱਚ ਆ ਗਿਆ ਅਤੇ ਉਹ ਵੀ ਪਰਮੇਸ਼ਰ ਦਾ ਰੂਪ ਹੋ ਗਏ। ਇਹ ਸੀ ਅੱਜ ਦੇ ਪਵਿੱਤਰ ਸ਼ਬਦ ਦੇ ਵਿਚਾਰ। ਅਗਲਾ ਸ਼ਬਦ ਇਸੇ ਲੜੀ ਨਾਲ ਜੋੜਦੇ ਪਾਤਸ਼ਾਹ ਕਹਿੰਦੇ, ਆਓ ਅਰਦਾਸ ਕਰੀਏ, ਜਿਹੜਾ ਇਹ ਨਾਮ ਮਿਲਿਆ ਨਾ ਇਹ ਹੁਣ ਕਿਤੇ ਗਵਾਚ ਨਾ ਜਾਵੇ। ਮਾਝ ਮਹੱਲਾ ਪੰਜਵਾ। ਵਿਸਰ ਨਾਹੀ ਏਵੜ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਤੂੰ ਆ ਜਿਹੜੀ ਸੰਗਤ ਬਖਸ਼ੀ ਆ ਮੈਨੂੰ, ਇਹਦੇ ਨਾਲ ਜੋੜੀ ਰੱਖੀ। ਦਿਨ ਸਰੈਣ ਜਿਉ ਤੋਂ ਧਿਆਈ, ਇਹੋ ਦਾਨ ਮੋਏ ਕਰਨਾ ਜੀਓ। ਇਹੀ ਮੰਗਦਾ ਕਿ ਸਤਸੰਗ ਦੇ ਵਿੱਚੋਂ ਹੁਣ ਮੈਂ ਆਉਣਾ ਬੰਦ ਨਾ ਕਰਾਂ। ਇਸ ਕਰਕੇ ਗੁਰੂ ਘਰ ਆਉਣਾ, ਸਤਸੰਗ ਕਰਨੀ, ਇਹ ਮਨੁੱਖਾ ਜੀਵਨ ਦਾ ਸਭ ਤੋਂ ਵੱਡਾ ਫਰਜ਼ ਹੈ ਸਾਡਾ। ਰਹਿੰਦੀ ਵਿਚਾਰ ਕੱਲ੍ਹ ਦੇ ਸ਼ਬਦਾਂ ਵਿੱਚ, ਕੱਲ੍ਹ ਦੇ ਜਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਕਾਕਰਵਾਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।